ਹੈਲੋ ਫਰੈਂਡਸ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਸ਼ਾਇਨਾ ਗੋਇਲ ਤੇ। ਸੋ ਫਰੈਂਡਸ, ਜਿਵੇਂ ਕਿ ਆਪਾਂ ਪੀਐਸ ਟੈਟ ਪੇਪਰ 2 ਦੀ ਆਨਸਰ ਕੀ ਜਿਹੜੀ ਹੈਗੀ ਉਹ ਡਿਸਕਸ ਕਰ ਰਹੇ ਹਾਂ। ਸੀਡੀਪੀ ਤੇ ਪੰਜਾਬੀ ਦੀ ਆਨਸਰ ਕੀ ਮੈਂ ਤੁਹਾਡੇ ਨਾਲ ਡਿਸਕਸ ਕਰ ਚੁੱਕੀ ਹਾਂ। ਤੇ ਅੱਜ ਦੀ ਵੀਡੀਓ ਵਿੱਚ ਮੈਂ ਇੰਗਲਿਸ਼ ਦੀ ਆਨਸਰ ਕੀ ਜਿਹੜੀ ਹੈਗੀ ਹੈ, ਐਕਸਪੈਕਟਿਡ ਆਨਸਰ ਕੀ, ਉਹ ਤੁਹਾਡੇ ਨਾਲ ਡਿਸਕਸ ਕਰਨ ਵਾਲੀ ਹਾਂ। ਤੈਨੂੰ ਕੰਪਲੀਟ ਦੇਖਿਓ ਤੇ ਦੇਖਣਾ ਕਿ ਤੁਸੀਂ ਕਿਹੜੇ ਕੁਐਸਚਨ ਦਾ ਕੀ ਆਨਸਰ ਲਗਾ ਕੇ ਆਏ ਹੋ, ਤਾਂ ਕਿ ਤੁਹਾਨੂੰ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਇੱਕ ਐਸਟੀਮੇਟ ਹੋ ਜਾਏ ਕਿ ਤੁਸੀਂ ਪੀਐਸ ਟੈਟ ਦਾ ਪੇਪਰ ਪਾਸ ਕਰਨ ਵਾਲੇ ਹੋ ਜਾਂ ਨਹੀਂ ਕਰਨ ਵਾਲੇ ਹੋ। ਠੀਕ ਹੈ, ਵੈਸੇ ਆਈ ਹੋਪ ਕਿ ਸਾਰਿਆਂ ਦਾ ਪੇਪਰ ਵਧੀਆ ਨੰਬਰਾਂ ਨਾਲ ਪਾਸ ਹੋਵੇ। ਤਾਂ ਦੇਖੋ, ਇਹ ਜਿਹੜਾ ਕੋਡ ਹੈਗਾ ਜੇ ਮੈਂ ਡਿਸਕਸ ਕਰਨ ਵਾਲੀ ਹਾਂ, ਕੋਡ ਇਹ ਹੈ, ਪਰ ਬਾਕੀ ਕੋਡਸ ਵਿੱਚ ਵੀ ਤੁਹਾਨੂੰ ਸੇਮ ਹੀ ਆਏ ਹੁੰਦੇ ਨੇ। ਕਿਸੇ 'ਚ ਪੈਸੇਜ ਪਹਿਲਾਂ ਹੁੰਦਾ, ਕਿਸੇ 'ਚ ਪੋਇਮ ਪਹਿਲਾਂ ਹੁੰਦੀ ਹੈ, ਕਿਸੇ 'ਚ ਕੁਐਸਚਨਸ ਪਹਿਲਾਂ ਹੁੰਦੇ ਆ, ਇੱਦਾਂ ਉਲਟ ਪੁਲਟ ਕਰਕੇ ਪਾਉਂਦੇ ਆ। ਠੀਕ ਹੈ, ਅਤੇ ਕੋਡ ਇਹ ਹੈ, ਬਸ ਤੁਸੀਂ ਕੁਐਸਚਨ ਦੇਖੋ, ਤੁਸੀਂ ਕੁਐਸਚਨ ਦਾ ਆਨਸਰ ਕਿਹੜਾ ਟਿਕ ਕਰਕੇ ਆਏ ਹੋ। ਠੀਕ ਹੈ, ਇਹ ਕੋਡ ਆਪਾਂ ਡਿਸਕਸ ਕਰਨ ਵਾਲੇ ਹਾਂ। ਤਾਂ ਸਟਾਰਟ ਕਰਦੇ ਹਾਂ ਪਹਿਲੇ ਕੁਐਸਚਨ ਦੇ ਨਾਲ। ਪੈਸੇਜ ਦੇਖੋ ਕਿਹਦੇ ਰਿਲੇਟਡ ਸੀਗਾ, ਇਹ ਕਿਸ ਵੁੱਡ ਅਤੇ ਕਿਸ ਟਾਈਪ ਦੇ ਵੁੱਡਸ ਹੁੰਦੇ ਆ, ਉਹਨੂੰ ਜੇ ਜਲਾਈਏ ਤਾਂ ਕੀ ਹੁੰਦਾ। ਠੀਕ ਹੈ, ਉਹਦੀ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ, ਬਸ ਉਹਦੇ ਜਿਹੜੇ ਫੀਚਰਸ ਆ ਉਹ ਦਿੱਤੇ ਹੋਏ ਆ। ਠੀਕ ਹੈ, ਹੁਣ ਆਪਾਂ ਕੁਐਸਚਨਸ ਦੇ ਡਾਇਰੈਕਟ ਆਨਸਰਸ ਡਿਸਕਸ ਕਰਾਂਗੇ, ਪੈਰਾਗ੍ਰਾਫ ਵਿੱਚ ਉਹਨਾਂ ਨੂੰ ਨਹੀਂ ਲੱਭਾਂਗੇ। ਠੀਕ ਹੈ ਜੀ, ਸਭ ਤੋਂ ਪਹਿਲਾਂ 61 ਕੁਐਸਚਨ ਨੰਬਰ, ਐਜ਼ ਯੂਜ਼ਡ ਇਨ ਪੈਰਾਗ੍ਰਾਫ 1 ਦ ਵਰਡ ਕੰਸੀਡਰ ਮੋਸਟ ਨੀਅਰਲੀ ਮੀਨਸ। ਕੀ ਮਤਲਬ ਹੈ ਕੰਸੀਡਰ ਕਰਨਾ? ਥਿੰਕ ਕੇਅਰਫੁਲੀ ਅਬਾਊਟ। ਜਿਹੜਾ ਪੈਰਾਗ੍ਰਾਫ ਵਿੱਚ ਦਿੱਤਾ ਉਹਦੇ ਅਕੋਰਡਿੰਗਲੀ ਆਪਾਂ ਆਨਸਰ ਕਰ ਰਹੇ ਹਾਂ। 61 ਦਾ ਆਨਸਰ ਡੀ ਕਰੈਕਟ ਹੈ। Next, which word in the paragraph is antonym of a greenhorn? Antonym means opposite meaning. greenhorn ਦਾ meaning ਕੀ ਹੁੰਦਾ ਹੈ? ਜਿਹੜਾ unexperienced person ਹੋਵੇ ਜਾਂ ਫਿਰ unexperienced ਚੀਜ਼ ਹੋਵੇ। ਠੀਕ ਹੈ, ਤੇ ਹੁਣ ਆਪਾਂ ਪੈਰਾਗ੍ਰਾਫ ਵਿੱਚ ਦੇਖਣਾ, ਕਈ ਬੱਚਿਆਂ ਨੇ ਕੀ ਕੀਤਾ ਨਾ, ਹੋਰ ਕੋਈ ਆਨਸਰ ਜਿਵੇਂ ਫੈਂਟਾਸਟਿਕ ਟਿਕ ਕਰਿਆ ਹੈ, ਲੇਕਿਨ ਐਕਸਪੀਰੀਅੰਸਡ, ਕਿਉਂਕਿ ਗ੍ਰੀਨ ਹੌਰਨ ਦਾ ਮੀਨਿੰਗ ਕੀ ਹੈ? ਇਨਐਕਸਪੀਰੀਅੰਸਡ। ਅਤੇ ਆਪਣਾ ਐਕਸਪੀਰੀਅੰਸਡ ਵਰਡ ਜਿਹੜਾ ਹੈਗਾ ਤੁਸੀਂ ਦੇਖ ਵੀ ਸਕਦੇ ਹੋ ਇੱਥੇ 5th ਪੈਰਾਗ੍ਰਾਫ ਵਿੱਚ ਇੱਥੇ ਪਿਆ ਐਕਸਪੀਰੀਅੰਸਡ ਵਰਡ। ਠੀਕ ਹੈ, ਪੈਰਾਗ੍ਰਾਫ ਵਿੱਚ ਹੋਣਾ ਵੀ ਜ਼ਰੂਰੀ ਹੈ। ਤਾਂ ਆਪਣੀ ਆਪਸ਼ਨ 62 ਦੀ ਕਿਹੜੀ ਕਰੈਕਟ ਹੋਗੀ? ਆਪਸ਼ਨ ਏ। ਨੈਕਸਟ ਦੇਖੋ 63 ਕੁਐਸਚਨ ਨੰਬਰ, ਅਕੋਰਡਿੰਗ ਟੂ ਦੀ ਆਥਰ ਸੌਫਟ ਵੁੱਡਸ। ਆਹ ਕੁਛ ਲਿਖੀਆਂ ਹੋਈਆਂ ਨੇ ਪੈਸੇਜ ਵਿੱਚ, ਇਹਦੇ ਦੀ ਜਿਹੜੀ ਸਪੈਸ਼ਲਿਟੀ ਦਿੱਤੀ ਹੋਈ ਹੈ ਉਹਦੇ ਅਕੋਰਡਿੰਗ ਆਰ ਈਜ਼ੀ ਟੂ ਸਪਲਿਟ, ਪ੍ਰੋਡਿਊਸ ਅ ਵੰਡਰਫੁਲ ਐਰੋਮਾ ਐਂਡ ਬਰਨ ਫਾਸਟ। ਤਿੰਨੋਂ ਦੀ ਤਿੰਨੋਂ ਹੀ ਸਹੀ ਹੈ, ਯਾਨੀ ਕਿ ਆਪਸ਼ਨ ਡੀ 63 ਦੀ ਕੀ ਹੋ ਗਈ ਜੀ? ਕਰੈਕਟ ਹੋ ਗਈ। ਦੇਖੀ ਜਾਓ ਨਾਲ ਨਾਲ ਕਿਹਦੇ ਕਿਹਦੇ ਆਪਸ਼ਨਸ ਸਹੀ ਜਾ ਰਹੀਆਂ ਨੇ। ਸੌਫਟਵੁੱਡਸ ਬਰਨ ਕੁਇਕਲੀ, ਦ ਵਰਡ ਕੁਇਕਲੀ ਇਨ ਦ ਸੈਂਟੈਂਸ ਹੈਜ਼ ਬੀਨ ਯੂਜ਼ਡ ਐਜ਼। ਜਿਹੜਾ ਕੁਇਕਲੀ ਹੁੰਦਾ ਇਹ ਕੀ ਹੈ? ਐਡਜੈਕਟਿਵ ਹੈ, ਵਿਸ਼ੇਸ਼ਤਾ ਦੱਸਦਾ ਹੈ ਵੀ ਜਲਦੀ ਬਰਨ ਹੋ ਜਾਂਦੀਆਂ ਨੇ। ਠੀਕ ਹੈ ਜੀ, ਨੈਕਸਟ ਮਾਰਗਰੀ ਲਿਵਸ ਇਨ ਮੇਨ ਵੇਅਰ ਦੇ ਹੈਵ ਲੌਂਗ ਕੋਲਡ ਵਿੰਟਰ ਨਾਈਟਸ। ਸ਼ੀ ਵॉन्ट्स ਟੂ ਮੇਕ ਅ ਫਾਇਰ ਦੈਟ ਵਿਲ ਨੋਟ ਬਰਨ ਆਊਟ ਈਜ਼ਲੀ। ਵਿਚ ਟਾਈਪ ਆਫ ਫਾਇਰਵੁੱਡ ਸ਼ੁੱਡ ਮਾਰਗਰੀ ਯੂਜ਼ਡ ਟੂ ਮੇਕ ਹਰ ਫਾਇਰ? ਕਿਹੜਾ ਟਾਈਪ ਆਫ ਵੁੱਡ ਉਹਨੂੰ ਯੂਜ਼ ਕਰਨਾ ਚਾਹੀਦਾ ਹੈ? ਉਹ ਹੈਗੇ ਹੈ ਤਿੰਨੋਂ, ਓਕ, ਵਾਲਨਟ ਤੇ ਮੈਡਰੋਨ। ਆਪਸ਼ਨ ਡੀ ਕੀ ਹੈ ਦਾ ਕਰੈਕਟ ਆਨਸਰ 65 ਦਾ। ਨੈਕਸਟ ਦੇਖੋ, ਇਨ ਪੈਰਾਗ੍ਰਾਫ 3 and 5 the author discusses the respective disadvantage of both softwood and hardwood based on its use in the passage. It can be understood that the word disadvantages belong to which of the following groups? ਕਿਹੜੇ ਗਰੁੱਪਸ ਨੂੰ ਇਹ ਬਿਲੋਂਗ ਕਰਦੀ ਹੈ? ਉਹ ਕਰਦੀ ਹੈ ਡਰੋਬੈਕਸ, ਨੈਗੇਟਿਵਸ ਤੇ ਲੌਸਿਸ, ਕਿਉਂਕਿ ਡਿਸਐਡਵਾਂਟੇਜ ਵਰਡ ਹੈ ਨਾ, ਤਾਂ ਇਹ ਡਰੋਬੈਕਸ, ਨੈਗੇਟਿਵਸ ਤੇ ਲੌਸਿਸ। Next question number 67, in the final sentence of the passage the author writes, this ensures that the wood is completely dry. The purpose of this sentence is, a sentence the purpose ਕੀ ਹੈ? to give a reason. this ensures ਮਤਲਬ ਉਹ ਰੀਜ਼ਨ ਦਿੱਤਾ ਤਾਂ ਆਪਾਂ ਇਨਸ਼ੋਰ ਹੋ ਰਹੇ ਹਾਂ ਕਿ ਜਿਹੜਾ ਵੁੱਡ ਹੈ ਉਹ ਕੰਪਲੀਟਲੀ ਕੀ ਹੈ? ਡਰਾਈ ਹੈ। ਇੱਥੇ ਆਪਣੀ ਜਿਹੜੇ ਹੈਗਾ ਪਹਿਲਾ ਪੈਸੇਜ ਹੈਗਾ ਕੰਪਲੀਟ ਹੁੰਦਾ ਹੈ। ਨੈਕਸਟ ਪੈਸੇਜ ਹੈਗਾ, ਐਜ਼ ਅ ਚਾਈਲਡ ਮੈਰੀ ਹੈਜ਼ ਵੰਡਰਫੁਲ ਮੈਮੋਰੀਜ਼ ਆਫ ਹਰ ਗ੍ਰੈਂਡ ਮਦਰ। ਇਹ ਤੁਸੀਂ ਪੈਸੇਜ ਜਿਹੜਾ ਹੈਗਾ ਹੁਣ ਆਪਾਂ ਰੀਡ ਨਹੀਂ ਕਰਾਂਗੇ, ਡਾਇਰੈਕਟ ਵਧਦੇ ਹਾਂ ਆਪਣੇ ਕੁਐਸਚਨ ਆਨਸਰਸ ਵੱਲੀ। ਤਾਂ 68 ਕੁਐਸਚਨ ਨੰਬਰ, ਬੇਸਡ ਔਨ ਦ ਥਿੰਗਸ ਮੈਰੀ ਐਂਡ ਹਰ ਗ੍ਰੈਂਡ ਮਦਰ ਡਿਡ when she was a child, it can be understood that Mary's grandmother enjoyed spending time outdoors. Option C ਕੀ ਹੋ ਗਿਆ 68 ਦਾ correct. Next 69 question number, as used in paragraph 1 which is the best antonym यानी कि opposite meaning for deteriorate। ठीक है, पैराग्राफ 1 ਵਿੱਚ यूज़ ਕੀਤਾ ਹੋਇਆ ਵਰਡ डिटेरियोरेट, ਆਪਾਂ ਨੇ ਇਹਦਾ ਐਂਟੋਨਿਮ ਫਾइंड आउट करना यानी कि opposite meaning ਉਹ ਕੀ ਹੈਗਾ? improve ਕਰਨਾ। option A। ਨੈਕਸਟ ਕੁਐਸਚਨ ਨੰਬਰ 70, ਪੈਰਾਗ੍ਰਾਫ 2 ਵਿੱਚ ਵਰਡ ਯੂਜ਼ ਕੀਤਾ ਕੈਪਟੀਵੇਟਿਡ। ਇਹਦਾ ਮੋਸਟ ਨੀਅਰਲੀ ਮੀਨਸ ਮਤਲਬ ਕਿ ਇਹਦਾ ਸਿਨੋਨਿਮ ਆਪਾਂ ਨੇ ਦੇਖਣਾ, ਦੈਟ ਇਜ਼ ਫੈਸੀਨੇਟਿਡ। ਆਪਸ਼ਨ ਬੀ ਇਹਦਾ ਕਰੈਕਟ ਆਨਸਰ ਹੈ।
Next, which best describes what the act of stopping for flowers on the side of highway became for Mary? That is a ritual. Option B ਇਹਦਾ correct answer ਹੈਗਾ ਜੀ। देखो बच्चों जो ਤੁਹਾਨੂੰ ਇਹ ਹੈਲਪਫੁਲ ਲੱਗ ਰਹੀ ਹੈ ਤਾਂ ਨਾਲ ਨਾਲ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਜਾਓ ਵੀਡੀਓ ਨੂੰ। ਨੈਕਸਟ ਦੇਖੋ ਕੁਐਸਚਨ ਨੰਬਰ 72 ਐਜ਼ ਯੂਜ਼ਡ ਇਨ ਪੈਰਾਗ੍ਰਾਫ 5 ਵਿਚ ਇਜ਼ ਦ ਬੈਸਟ ਐਂਟੋਨਿਮ ਫॉर ल्यूसिड। ਐਂਟੋਨਿਮ यानी कि फेर की है ऑपोजिट मीनिंग ਆਪਾਂ ਨੇ ਦੇਖਣਾ है ਉਹ ਹੈਗਾ ਕੀ ਹੈ कन्फ्यूज्ड ऑपोजिट मीनिंग। नेक्स्ट 73 क्वेश्चन नंबर what do the flowers come to signify for Mary? That is a final chance to connect with her grandmother. Option C 73 the correct answer है। It was a chilly morning in late October when Mary got the call. The word chilly in the sentence has been used as adjective. Next, each time Mary placed the flowers in the pitcher, her grandmother's eyes would light up and they would have a splendid conversation. The word light up in the sentence has been used as a phrasal verb. Next, 76 question number. The system of patterns of arrangement or sentences is known as। ਜਿਹੜਾ ਕਿਸੇ ਵੀ ਲੈਂਗੁਏਜ ਦਾ ਜਾਂ ਆਪਾਂ ਕਹਿੰਦੇ ਸੈਂਟੈਂਸਿਸ ਦੀ ਅਰੇਂਜਮੈਂਟ ਕਿਸ ਤਰ੍ਹਾਂ ਕਰਨੀ ਹੈ ਉਹਦਾ ਪੈਟਰਨ ਕੀ ਉਹਨੂੰ ਆਪਾਂ ਕਹਿੰਦੇ ਕਿ ਸਿੰਟੈਕਸ ਕਹਿੰਦੇ ਆ। ਠੀਕ ਹੈ, ਜਿਵੇਂ ਤੁਸੀਂ ਕੰਪਿਊਟਰ ਵਿੱਚ ਵੀ ਦੇਖਿਆ ਹੋਣਾ ਸਿੰਟੈਕਸ ਕੀ ਹੁੰਦਾ ਕਿਸੇ ਵੀ ਕੋਡਿੰਗ ਦਾ ਵੀ ਕੀ ਸਿੰਟੈਕਸ ਹੈ, ਕਿੱਥੇ ਇਨਵਰਟਿਡ ਕੌਮਾਸ ਆਣਗੇ, ਕਿੱਥੇ ਐਂਗੂਲਰ ਬ੍ਰੈਕਟਸ ਆਣਗੇ ਐਂਡ ਸੋ ਔਨ। ਠੀਕ ਹੈ ਜੀ। ਨੈਕਸਟ ਦੇਖੋ ਕੁਐਸਚਨ ਨੰਬਰ 77 Mrs. Jyotika reintroduces previously taught vocabulary and structures wherever logical or possible in her classroom. Which approach is Mrs. Jyotika using? ਹੁਣ ਦੇਖੋ ਉਹ ਬਾਰ-ਬਾਰ ਇੰਟਰੋਡਿਊਸ ਕਰਦੇ ਜਿਹੜਾ ਟੌਪਿਕ ਉਹ ਪਹਿਲਾਂ ਪੜ੍ਹਾ ਚੁੱਕੇ, ਯਾਨੀ ਕਿ ਆਹ ਟੌਪਿਕ ਮੈਂ ਤੁਹਾਨੂੰ ਪੜ੍ਹਾਤਾ, ਦੁਬਾਰਾ ਇਹਦਾ ਜ਼ਿਕਰ ਕੀਤਾ, ਫਿਰ ਮੈਂ ਤੁਹਾਨੂੰ ਪੜ੍ਹਾਤਾ, ਫਿਰ ਇਹਦਾ ਜ਼ਿਕਰ ਕੀਤਾ। ਕੀ ਚੱਲ ਰਿਹਾ ਹੈ? ਸਪਾਇਰਲ ਚੀਜ਼ ਜਿਹੜੀ ਕਿ ਆਪਾਂ ਬਾਰ-ਬਾਰ ਉੱਤੇ ਪਹੁੰਚ ਰਹੇ ਹਾਂ, ਆਈ ਨਹੀਂ ਵੀ ਆਪਾਂ ਉਹਨੂੰ ਛੱਡਤਾ, ਨੈਕਸਟ ਟਾਈਮ ਉਹ ਐਨਹਾਂਸ ਹੋ ਕੇ ਆਉਂਦੀ ਹੈ ਚੀਜ਼। ਤੇ ਇਹਦਾ ਆਨਸਰ ਕੀ ਹੋ ਗਿਆ ਆਪਣੀ ਆਪਸ਼ਨ ਡੀ दैट इज स्पाइरल अप्रोच। नेक्स्ट क्वेश्चन नंबर 78 oral teaching precedes any form of reading and writing. This is an essential feature of which of the following method? किदा essential which of the following method? ਇਹਦਾ ਆਨਸਰ ਹੈਗਾ ਆਪਣੇ ਕੋਲੇ direct method, option C। Next, the characteristics of an accepted teaching model of English are लर्नेबिलिटी, इंटेलिजिबिलिटी एंड सोशल एक्सेप्टेबिलिटी। ठीक है जी। ऑप्शन बी की हो गया 79 का करेक्ट आंसर। अगे देखो क्वेश्चन नंबर 80 विच ऑफ द फॉलोइंग इज नॉट अ मूवेबल ऑर्गन ऑफ स्पीच। मूवेबल ऑर्गन केड़ा नहीं हैगा? दैट इज नेजल कैविटी, ऑप्शन बी। Next question number 81 which type of reading should be encouraged for establishing cultural contacts with great minds and to enhance pupils sphere of knowledge? ਇਹਦਾ आंसर हैगा option A that is intensive reading। Next question number 82 Miss Namita is concerned about indistinct and shabby handwriting of some students in her English class. विच ऑफ द फॉलोइंग शुड मिस नमिता यूज टू हैल्प द स्टूडेंट्स। ठीक है, वो कंसर्नड है भी क्लास में कुछ बच्चे जोड़े है गंदी हैंड राइटिंग करते हैं या फिर समझ नहीं आती, तो उन्होंने बच्चों को किवें हैल्प कर सकते हैं। यूज ट्रांसक्रिप्शन बुक्स जिमें आप कह दें एज इट इज़ बच्चों के उत्थे ट्रेस करके देना, जिमें लैटर ट्रेसिंग होंगी है ना, डॉट्स लगा देंगे इदा करके, जिमें ए दे डॉट्स लगाते तो बच्चे ये उत्ते ट्रेस करेंगे, इदा लाइन लगाएंगे तो ये की उन्होंने राइटिंग इनक्रीज नहीं सॉरी एनहांस होगी, वधिया तरीका नाल लिख पाएंगे वो। नेक्स्ट क्वेश्चन नंबर 83 द बल्क ऑफ इंग्लिश vocabulary items can be classified into 4 distinct group of words. Select the correct out of the following। ठीक है, जी इंग्लिश वोकैबलरी आइटम्स होंदियां ने उन्होंने आप 4 ग्रुप ऑफ वर्ड्स विच आप क्लासीफाई कर सकते हैं। वो किहड़े ने? वो हैगे अपने फंक्शन वर्ड्स, एक्शन वर्ड्स, सबसटीट्यूट वर्ड्स ते कंटेंट वर्ड्स। आ डिस्ट्रीब्यूटिव जिहड़े वर्ड्स होंदे, क्वालिटी वर्ड्स होंदे, ये कुछ नहीं होंदे। ठीक है, अपना ऑप्शन ए की होगी 83 दी करेक्ट आंसर। Next, Mr. Rao insists that the grammar of use, the grammar in operation should be taught to learners in a language class. Which type of grammar is being referred in above statement? A हैगी है जी functional grammar, option A 84 दा correct है। Next question number 85 if a learner makes mistakes and corrects himself, what type of errors does the learner make?
बच्चे ने खुद ही मिसटेक की तो खुद ही उन्होंने करैक्ट करता। ये किस टाइप की एरर्स है? पोस्ट सिस्टमैटिक एरर्स, ऑप्शन सी। नेक्स्ट 86 क्वेश्चन नंबर, which strategy of processing does the listener use when he or she depends on the received information to understand the meaning? That is bottom up processing. So question 86 का जिहड़ा correct answer हैगा that is option A, bottom up processing. Next question 87, why multilingualism is viewed as a powerful tool in a language क्लासरूम? मल्टीलिंगुअलिज्म मीनस कि ज़्यादा लैंगुएजेस विच टीच करना, जिवें आपां कहने मदर टंग विच टीच करना जरूरी है छोटे बच्चों नूं ताकि वो कंसैप्ट नूं समझ सकन। जरूरी नहीं कि इंग्लिश विच ही बच्चों नूं पढ़ाउणा है, ठीक है। इन्हूं पावरफुल टूल जिहड़ा हैगा क्यों समझिया जांदा है? इट एनेबल्स द लर्नर्स टू इंटरैक्ट विद क्रॉस सैक्शन ऑफ पीपल ऑफ वेरियस लिंग्विस्टिक ग्रुप्स। नेक्स्ट देखो क्वेश्चन नंबर 88, इन विच ऑफ द फॉलोइंग लैंग्वेज इज कंसिडर्ड एज अ कॉग्निटिव होल वेयर कंटेक्सट इज इंपॉर्टेंट एंड मीनिंग इज मोर इंपॉर्टेंट दैन फॉर्म? जिथे कंटेक्सट इंपॉर्टेंट है तो जिहड़ी आपां चीज़ पढ़ा रहे हैं बच्चों नूं मीनिंग समझा रहे हैं वो ज़्यादा इंपॉर्टेंट है इदों बजाए कि उहदी जिहड़ी फॉर्म हैगी है, ठीक है। मीनिंग तो ज़्यादा फोकस किया जाता है, दैट इज़ इंटीग्रेटिव टेस्टिंग, ऑप्शन सी। Next question number 89, before planning remedial teaching the teacher wants to understand difference between students actual behavior and his expected behavior, what kind of test should be designed? जो रेमीडियल टीचिंग करनी है तो वो पहला केड़ा किस टाइप का टेस्ट ऑर्गेनाइज करेंगे? डायग्नोस्टिक टेस्ट, डायग्नोसिस होएगी ताई तो रेमेडी वो देंगे ना, ठीक है जी। नेक्स्ट देखो लास्ट क्वेश्चन ऑफ दिस इंग्लिश corner, what should be done to test the ability for natural communication in real life situations? That is make the students participate in role play, जिथे बच्चे रोल प्ले करते हैं रियल लाइफ सिचुएशनस जिहड़ियां खुद एक्टिंग करते हैं ਉਹਦੇ तो उन्होंने बैटर पता लगता है, ठीक है। ऑप्शन ए हैगी है। सो फ्रेंड्स तुहानूं ये वीडियो हैल्पफुल लगी होवे इनू लाइक एंड शेयर जरूर करियो ते इन द कमिंग वीडियोज़ आपां साइंस की तो मैथ्स की भी जिहड़ी हैगी आंसर की वो डिस्कस करांगे। सो चैनल ते बने रहो ते मिलते हैं अगली वीडियो विच। टिल दैन कीप वॉचिंग फ्रेंड्स।